ਦੋਸਤੋ ਜੇ ਤੁਸੀਂ ਅਮਰੀਕਾ ਦੇ ਵਿਜ਼ਿਟ ਵੀਜ਼ੇ ਵਾਸਤੇ ਅਮਰੀਕਾ ਤੋਂ ਸਪਾਂਸਰ ਮੰਗਵਾਉਣਾ ਹੈ ਉਹਦੇ ਵਾਸਤੇ ਤੁਹਾਨੂੰ ਇੱਕ ਫਾਰਮ ਚਾਹੀਦਾ ਹੈ ਤੇ ਕੁਝ ਡਾਕੂਮੈਂਟ ਚਾਹੀਦੇ ਨੇ। ਉਹਦੀ ਡਿਟੇਲ ਮੈਂ ਅੱਜ ਤੁਹਾਨੂੰ ਇਸ ਵੀਡੀਓ 'ਚ ਦੱਸਾਂਗਾ। ਪਹਿਲੇ ਇੱਕ ਗੱਲ ਯਾਦ ਰੱਖਣਾ ਕਿ ਸਪਾਂਸਰ ਵਿਜ਼ਿਟ ਵੀਜ਼ੇ ਦਾ ਜਿਹੜਾ ਹੁੰਦਾ ਹੈ ਉਹ ਕੋਈ ਵੀ ਤੁਹਾਨੂੰ ਕਰ ਸਕਦਾ ਹੈ। ਉਹ ਤੁਹਾਡਾ ਰਿਸ਼ਤੇਦਾਰ ਹੋਵੇ, ਭੈਣ ਭਰਾ ਹੋਵੇ, ਕਜ਼ਨ ਦਾ ਦੋਸਤ ਹੋਵੇ, ਭਰਾ ਦਾ ਦੋਸਤ ਹੋਵੇ, ਕੋਈ ਵੀ ਕਰ ਸਕਦਾ ਹੈ। ਪਹਿਲੀ ਗੱਲ ਤਾਂ ਇਸ ਦਿਨ 'ਚ ਰੱਖੋ। ਹੁਣ ਆਉਂਦੇ ਆ ਡਾਕੂਮੈਂਟਸ ਵੱਲ। ਜਿਹੜਾ ਫਾਰਮ ਹੈ ਉਹਦਾ ਨੰਬਰ ਹੈ I-134 I-134 ਫਾਰਮ। ਇਹ ਤੁਹਾਡੇ ਜੋ ਤੁਹਾਨੂੰ ਸਪਾਂਸਰ ਕਰ ਰਿਹਾ ਉਹ ਫਿਲ ਕਰਕੇ ਦੇਗਾ। ਉਹ 'ਚ ਪੂਰੀ ਉਹਦੀ ਡਿਟੇਲ ਲਿਖੀ ਹੋਏਗੀ। ਨਾਲ ਉਹ ਹੋਣਗੇ ਡਾਕੂਮੈਂਟਸ। ਹੁਣ ਡਾਕੂਮੈਂਟਸ ਮੈਂ ਤੁਹਾਨੂੰ ਪਹਿਲੇ ਦੱਸਾਂਗਾ ਜੌਬ ਵਾਲੇ ਦੇ। ਅਗਰ ਤੁਹਾਡਾ ਸਪਾਂਸਰ ਜੌਬ ਕਰਦਾ ਤੇ ਉਹਨੇ ਡਾਕੂਮੈਂਟ ਲਾਣੇ ਨੇ ਜਨਾਬੇ ਵਾਲਾ ਆਪਣਾ W2 ਫਾਰਮ, ਆਪਣੀ ਟੈਕਸ ਰਿਟਰਨ ਦੀ ਟ੍ਰਾਂਸਕ੍ਰਿਪਟ, ਆਪਣੇ ਦਫ਼ਤਰ ਦਾ ਲੈਟਰ, ਆਪਣੀ ਬੈਂਕ ਸਟੇਟਮੈਂਟ ਔਰ ਆਪਣੀ ਪੇ ਸਟੱਪ ਦਫ਼ਤਰ ਦਾ ਲੈਟਰ ਔਰ ਜਿਹੜੀ ਉਹਦਾ ਟੈਕਸ ਹੈ ਉਹ W2 ਇਹ ਦੱਸਣਗੇ ਵੀ ਇਹ ਬੰਦਾ ਕੀ ਕੰਮ ਕਰਦਾ ਔਰ ਕਿੰਨੇ ਪੈਸੇ ਕਮਾਉਂਦਾ ਹੈ। ਔਰ ਜਿਹੜੀ ਬੈਂਕ ਸਟੇਟਮੈਂਟ ਹੈ ਉਹ ਤੇ ਦੱਸੇਗੀ ਕਿ ਜਨਾਬੇ ਵਾਲੇ ਕੋਲ ਬੈਲੈਂਸ ਕਿੰਨਾ ਹੈ। ਇਸ ਵਾਸਤੇ ਕੇਸ ਸਟਰੋਂਗ ਹੁੰਦਾ। ਇਹ ਸਾਰੀਆਂ ਚੀਜ਼ਾਂ ਲਾ ਕੇ ਉਹ ਤੁਹਾਨੂੰ ਭੇਜੇਗਾ। ਦੂਸਰਾ ਬੰਦਾ ਜਿਹੜਾ ਤੁਸੀਂ ਕਹਿੰਦੇ ਨੇ ਯਾਰ ਉਹ ਤਾਂ ਕਾਰੋਬਾਰ ਕਰਦੇ ਨੇ, ਸੈਲਫ ਇੰਪਲਾਇਡ ਨੇ, ਉਹਨਾਂ ਦੇ ਕਾਗਜ਼ ਡਿਫਰੈਂਟ ਹੋਣਗੇ ਫਾਰਮ ਤੇ ਉਹਨਾਂ ਨੇ ਵੀ I-134 ਕਰਨਾ ਫਿਲ, ਉਹ ਕਰਨਗੇ। ਨਾਲ ਉਹ ਲਾਣਗੇ ਜਨਾਬ ਆਪਣੀਆਂ ਦੋ ਇੰਪੋਰਟੈਂਟ ਚੀਜ਼ਾਂ, ਟੈਕਸ ਰਿਟਰਨ ਉਹ ਦੱਸੇਗੀ ਕਿ ਕਿੰਨੇ ਪੈਸੇ ਕਮਾਉਂਦੇ ਨੇ, ਕਿੰਨਾ ਇਹਨਾਂ ਨੂੰ ਮੁਨਾਫਾ ਹੋਇਆ, ਕਿੰਨਾ ਇਹਨਾਂ ਨੇ ਟੈਕਸ ਦਿੱਤਾ। ਔਰ ਦੂਸਰੀ ਚੀਜ਼ ਨਾਲ ਲੱਗਣੀ ਹੈ ਉਹਨਾਂ ਦੇ ਕੀ, ਉਹਨਾਂ ਦੀ ਬੈਂਕ ਸਟੇਟਮੈਂਟ ਤੇ ਬੈਂਕ ਦਾ ਲੈਟਰ ਵੀ। ਔਰ ਅਗਰ ਉਹਨਾਂ ਕੋਲ 1099 ਹੋਣ, ਕਿਧਰੋਂ ਕਾਰੋਬਾਰ ਕਰਦੇ ਨੇ ਉੱਥੋਂ ਉਹਨਾਂ ਨੂੰ 1099 ਮਿਲਦਾ ਤੇ ਉਹ ਵੀ ਨਾਲ ਲਾਜ਼ਮੀ ਲਾ ਦਿਓ। ਔਰ ਮੋਸਟਲੀ ਜਿਹੜੇ ਸੈਲਫ ਇੰਪਲਾਇਡ ਨੇ ਅਮਰੀਕਾ ਦੇ ਉਹਨਾਂ ਕੋਲੋਂ 1099 ਹੁੰਦਾ ਹੈ। ਇਹ ਡਾਕੂਮੈਂਟਸ ਉਹ ਲਾਣਗੇ। ਦੋਵਾਂ ਦੇ ਡਾਕੂਮੈਂਟ ਤੁਹਾਨੂੰ ਦੱਸਦੇ। ਨਾਲ ਇੱਕ ਲੈਟਰ ਹੈ ਜਿਹੜਾ ਦੋਵਾਂ ਨੇ ਲਾਣਾ ਹੈ। ਉਹ ਲੈਟਰ ਦੇ ਵਿੱਚ ਤੁਹਾਡੇ ਨਾਂ ਤੇ ਹੋਣਾ, ਤੁਹਾਡੇ ਮੁਤਲਕ ਹੋਣਾ। ਉਹਨੂੰ ਦਿੱਤਾ ਜਾਣਾ ਕੌਂਸਲਰ ਨੂੰ ਕਿ ਬਈ ਇਹ ਬੰਦਾ ਆ ਰਿਹਾ, ਇਹਦਾ ਟਿਕਟ, ਇਹਦਾ ਖਾਣਾ ਪੀਣਾ, ਇਹਦੀ ਰੈਸ਼ ਸਭ ਮੇਰੇ ਜ਼ਿੰਮੇ ਵੇ, ਇੰਨੇ ਦਿਨ ਰਹਿ ਕੇ ਵਾਪਸ ਜਾਏਗਾ, ਮੇਰੀ ਜ਼ਿੰਮੇਦਾਰੀ ਹੈ। ਅਗਰ ਨੋਟਰੀ ਕਰਾ ਲਓ ਬਿਹਤਰੀਨ ਹੈ, ਨਹੀਂ ਹੁੰਦਾ ਨੋ ਪ੍ਰੋਬਲਮ, ਨੋਟਰੀ ਕਰਾ ਲਓ ਗੁਜ਼ਰਾ ਪੱਕਾ ਕੰਮ ਹੋ ਜਾਏਗਾ। ਇਹ ਸਾਰੇ ਡਾਕੂਮੈਂਟ ਤੁਹਾਡੇ ਕੋਲੋਂ ਆਉਣੇ ਚਾਹੀਦੇ ਨੇ। ਹੁਣ ਅਗਲੀ ਗੱਲ ਸੁਣੋ। I-134 ਜਿਹੜਾ ਫਾਰਮ ਹੈ ਉਹ ਕਿਧਰੇ ਜਮ੍ਹਾਂ ਨਹੀਂ ਕਰਾਉਣਾ, ਉਹ ਨਾਲ ਲੈ ਕੇ ਇੰਟਰਵਿਊ 'ਚ ਜਾਣਾ। ਉਹ ਕਿੱਥੇ ਆਨਲਾਈਨ ਜਮ੍ਹਾਂ ਨਹੀਂ ਹੁੰਦਾ। ਠੀਕ ਹੋ ਗਿਆ। ਅਗਲਾ ਸਵਾਲ, ਅਗਲੀ ਗੱਲ ਜਿਹੜੀ ਉਹ ਹੈ ਵੇ ਕਿ ਤੁਸੀਂ DS-160 ਜਿਹੜਾ ਵੀਜ਼ਾ ਫਾਰਮ ਫਿਲ ਕੀਤਾ ਹੈ ਉਹਦੇ ਵਿੱਚ ਵੀ ਤੁਸੀਂ ਇਸ ਬੰਦੇ ਦਾ ਹੀ ਜ਼ਿਕਰ ਕਰਨਾ ਕਿ ਫਲਾਣਾ ਬੰਦਾ ਮੈਨੂੰ ਸਪਾਂਸਰ ਕਰ ਰਿਹਾ ਹੈ। ਇੰਟਰਵਿਊ ਦੇ ਵਿੱਚ ਵੀ ਤੁਸੀਂ ਉਸੇ ਬੰਦੇ ਦਾ ਦੱਸਣਾ ਕਿ ਵੀ ਇਹ ਬੰਦਾ ਮੈਨੂੰ ਸਪਾਂਸਰ ਕਰ ਰਿਹਾ। ਫਿਰ ਉਹਦੇ ਡਾਕੂਮੈਂਟ ਦਿਖਾਣੇ ਨੇ। ਅਗਰ ਉਹ ਮੰਗ ਲੈਣ ਤਾਂ ਫਿਰ ਤਾਂ ਬਹੁਤ ਅੱਛਾ ਹੈ। ਨਾ ਵੀ ਮੰਗਣ ਦੀ ਕੋਸ਼ਿਸ਼ ਕਰਨੀ ਕਿ ਫਾਈਲ ਉਹਨਾਂ ਤੱਕ ਪਹੁੰਚੇ ਤਾਂ ਕਿ ਉਹਨਾਂ ਨੂੰ ਪਤਾ ਤਾਂ ਲੱਗੇ ਕੀ ਹੋ ਰਿਹਾ। ਇਹ ਤਾਂ ਸਾਰੀ ਗੱਲ ਹੋ ਗਈ ਹੈ। ਹੁਣ ਦੇਖੋ, ਇਹ ਜਿਹੜਾ ਤੁਹਾਡਾ ਸਪਾਂਸਰ ਦਾ ਲੈਟਰ ਹੁੰਦਾ ਹੈ ਜਾਂ ਸਪਾਂਸਰ ਦੇ ਫਾਰਮ ਜਾਂ ਡਾਕੂਮੈਂਟਸ ਹੁੰਦੇ ਨੇ, ਇਹ ਸਭ ਸਪੋਰਟਿੰਗ ਡਾਕੂਮੈਂਟ ਨੇ। ਇਹ ਵੀਜ਼ਾ ਲੱਗਣ ਦੀ ਗਰੰਟੀ ਨਹੀਂ, ਨਾ ਹੀ ਇਹ ਰਿਕੁਆਇਰਮੈਂਟ ਹੈ ਸੌਰੀ, ਨਾ ਹੀ ਰਿਕੁਆਇਰਮੈਂਟ ਹੈ, ਨਾ ਹੀ ਉਹਨਾਂ ਨੇ ਕਿਧਰੇ ਗਾਈਡਲਾਈਨ 'ਚ ਕਿਹਾ ਜੀ ਇਹ ਮੰਗਾਓਗੇ ਤਾਂ ਤੁਹਾਡਾ ਵੀਜ਼ਾ ਲੱਗੇਗਾ। ਨੋ ਵੇ। ਸਿਰਫ ਇਹ ਇੱਕ ਸਪੋਰਟਿੰਗ ਡਾਕੂਮੈਂਟ ਤੁਹਾਡੀ ਮਦਦ ਕਰਦੇ ਨੇ। ਪਿਛਲੇ 1 ਮਹੀਨੇ 'ਚ ਮੇਰੇ ਕੋਲ 2 ਪੈਰੈਂਟਸ ਦੇ ਕੇਸ ਵਾਲਦੈਨ ਦੇ ਆਏ ਨੇ, ਉਹਨਾਂ ਦੇ ਵੀਜ਼ੇ ਲੱਗੇ ਨੇ। ਇਸ ਵਾਸਤੇ ਮੈਂ ਹਮੇਸ਼ਾ ਕਹਿੰਦਾ ਕਿ ਟਰਾਈ ਕਰਨੀ ਚਾਹੀਦੀ। ਔਰ ਦੋਵੇਂ ਵਾਲਦੈਨ ਜਿਨ੍ਹਾਂ ਦੇ ਵੀਜ਼ੇ ਲੱਗੇ ਨੇ ਨਾ, ਉਹਨਾਂ ਦੇ ਬੱਚੇ ਇੱਥੇ ਵਰਕ ਵੀਜ਼ੇ 'ਤੇ ਗਏ ਨੇ, ਗ੍ਰੀਨ ਕਾਰਡ ਵੀ ਨਹੀਂ ਗਏ ਉਹਨਾਂ ਕੋਲ, ਉਹ ਵਰਕ ਵੀਜ਼ੇ 'ਤੇ ਨੇ, ਲੇਕਿਨ ਉਹਨਾਂ ਦੇ ਕੇਸ ਲੱਗ ਗਏ। ਹੁਣ ਤੁਸੀਂ ਇਹ ਨਹੀਂ ਸੋਚਣਾ, ਹਮੇਸ਼ਾ ਯਾਦ ਰੱਖੋ ਕਿ ਯਾਰ ਉਹਦਾ ਵੀਜ਼ਾ ਲੱਗ ਗਿਆ, ਮੇਰਾ ਨਹੀਂ ਲੱਗਣਾ, ਉਹਦਾ ਨਹੀਂ ਲੱਗਣਾ ਤੇ ਮੇਰਾ ਵੀ ਨਹੀਂ ਲੱਗਣਾ। ਨਹੀਂ ਨਹੀਂ ਨਹੀਂ, ਇਹ ਸਾਰੀ ਗੱਲ ਹੁੰਦੀ ਦਾਣੇ ਪਾਣੀ ਦੀ। ਇਹ ਸਾਰੇ ਡਾਕੂਮੈਂਟ ਤਿਆਰ ਕਰੋ। ਦੇਖਣੀ ਉਹਨੇ ਇਹ ਵੀ ਤੁਹਾਡਾ ਆਪਣੀ ਸਟਰੋਂਗ ਟਾਈਜ਼ ਹੈ, ਲੇਕਿਨ ਇਹ ਜਿਹੜਾ ਤੁਹਾਡਾ ਸਪਾਂਸਰ ਹੈ ਇੱਥੋਂ ਤੱਕ ਤੁਸੀਂ ਚਾਂਸ ਲੈਣਾ ਚਾਹੁੰਦੇ ਹੋ, ਅਗਰ ਤੁਹਾਡੀ ਸਟਰੋਂਗ ਟਾਈਜ਼ ਮਜ਼ਬੂਤ ਨੇ ਫਿਰ ਵੀ ਤੁਸੀਂ ਇਹਨੂੰ ਲੈ ਸਕਦੇ ਹੋ। ਅਗਰ ਨਹੀਂ ਮਜ਼ਬੂਤ ਫਿਰ ਵੀ ਲੈ ਸਕਦੇ ਹੋ। ਚਾਂਸ ਲੈਣ 'ਚ ਕੋਈ ਹਰਜ ਨਹੀਂ, ਕਿਉਂਕਿ ਸਭ ਤੋਂ ਇੰਪੋਰਟੈਂਟ ਚੀਜ਼ ਜਿੱਥੇ ਸਾਡਾ ਈਮਾਨ ਹੈ ਕਿ ਦਾਣਾ ਪਾਣੀ, ਕਿਸਮਤ। ਅਗਰ ਤੁਹਾਡੀ ਕਿਸਮਤ ਹੈ ਤਾਂ ਫਿਰ ਤੁਹਾਡਾ ਵੀਜ਼ਾ ਲੱਗ ਜਾਣਾ, ਫਿਰ ਸਪਾਂਸਰ ਵੀ ਕੰਮ 'ਚ ਕਰ ਜਾਣਾ, ਤੱਕ ਇਨਵੀਟੇਸ਼ਨ ਵੀ ਕੰਮ ਕਰ ਜਾਏਗਾ। ਤੇ ਜੇ ਕਿਸਮਤ ਨਹੀਂ ਗਈ ਤਾਂ ਫਿਰ ਤੁਸੀਂ ਪੂਰੀ ਦੁਨੀਆ ਦੇ ਵੀਜ਼ੇ ਲਵਾਏ ਨੇ ਤੇ ਤੁਹਾਡਾ ਫਿਰ ਵੀ ਰਿਫਿਊਜ਼ ਹੋ ਜਾਏਗਾ। ਔਰ ਰੋਜ਼ਾਨਾ ਮੇਰੇ ਕੋਲ ਕੇਸ ਆਉਂਦੇ ਜੇ। ਤੇ ਇਸ ਵਾਸਤੇ ਟਰਾਈ ਕਰਨਾ ਜ਼ਰੂਰੀ ਹੈ। ਬੈਠ ਜਾਣਾ ਕਿ ਨਹੀਂ ਜੀ ਨਹੀਂ ਲੱਗੇਗਾ। ਆਪਣੀ ਮਿਸਾਲ ਹਮੇਸ਼ਾ ਦੇਣਾ, ਮੇਰੇ ਅੱਗੇ ਡਾਕਟਰ ਸਾਹਿਬ ਸਨ, ਹੱਡੀਆਂ ਦੇ ਸਰਜਨ, ਵੀਜ਼ਾ ਰਿਫਿਊਜ਼ ਹੋ ਗਿਆ ਤੇ ਬੋਬੀ ਦਾ ਲੱਗ ਗਿਆ। ਕਮੈਂਟਸ ਕਰਕੇ ਸਵਾਲ ਕਰ ਲੈਣਾ ਔਰ ਕਮੈਂਟਸ ਕਰਨਾ ਨਾ ਭੁੱਲਿਆ ਕਰੋ। ਥੈਂਕ ਯੂ ਸੋ ਮਚ।